ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਨਕੀਰਤ ਤੇ। ਕਿਤਾਬ ਡੂੰਘੀਆਂ ਸਿਖਰਾਂ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਦੋਸਤੋ ਬਹੁਤ ਹੀ ਕਮਾਲ ਦੀਆਂ ਗੱਲਾਂ ਨੇ, ਸਾਰਾ ਲੇਖ ਜ਼ਰੂਰ ਸੁਣਿਓ। ਚੰਗਿਆਂ ਦੀ ਸੰਗਤ ਵਿੱਚ ਅਸੀਂ ਛੋਟੇ ਹੋਣ ਦੇ ਬਾਵਜੂਦ ਵੱਡੇ ਵੱਡੇ ਚੰਗੇ ਸੁਪਨੇ ਵੇਖਣ ਲੱਗ ਪੈਂਦੇ ਹਾਂ। ਜਿਹੜੇ ਚੰਗੇ ਹੁੰਦੇ ਹਨ ਉਹਨਾਂ ਕੋਲ ਸਭ ਕੁਝ ਨਹੀਂ ਹੁੰਦਾ, ਅਤੇ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ ਉਹ ਅਕਸਰ ਚੰਗੇ ਨਹੀਂ ਹੁੰਦੇ। ਚੰਗਿਆਂ ਕੋਲ ਜੋ ਕੁਝ ਹੁੰਦਾ ਹੈ ਉਹਨਾਂ ਕੋਲ ਉਸ ਨਾਲ ਪ੍ਰਸੰਨ ਹੋਣ ਦਾ ਹੁਨਰ ਹੁੰਦਾ ਹੈ। ਚੰਗਿਆਂ ਦੀ ਸੰਗਤ ਵਿੱਚ ਅਸੀਂ ਨਿਰਸਵਾਰਥ ਹੋ ਜਾਂਦੇ ਹਾਂ ਅਤੇ ਸਾਡੇ ਅਨੇਕਾਂ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ। ਹਮਦਰਦੀ, ਦਇਆ ਆਦਿ ਜਿਹੇ ਗੁਣ ਸਾਨੂੰ ਦੂਜਿਆਂ ਦੇ ਸੰਪਰਕ ਵਿੱਚ ਲਿਆ ਕੇ ਅਮੀਰ, ਵਿਸ਼ਾਲ ਅਤੇ ਖੁਸ਼ਹਾਲ ਬਣਾ ਦਿੰਦੇ ਹਨ। ਮੁਹੱਬਤ ਇਸ ਲਈ ਯਾਦ ਰਹਿੰਦੀ ਹੈ ਕਿਉਂਕਿ ਇਹੋ ਜਿਹਾ ਚੰਗਾ ਵਕਤ ਜੀਵਨ ਵਿੱਚ ਫਿਰ ਨਹੀਂ ਆਉਂਦਾ। ਅਸੀਂ ਜਾਣਦੇ ਹੁੰਦੇ ਹਾਂ ਕਿ ਹਰ ਕੋਈ ਅਧੂਰਾ ਹੈ, ਪਰ ਪਿਆਰ ਸਾਨੂੰ ਇਸ ਕਰਕੇ ਚੰਗਾ ਲੱਗਦਾ ਹੈ ਕਿਉਂਕਿ ਜਿਹੜਾ ਸਾਨੂੰ ਚੰਗਾ ਅਤੇ ਪਿਆਰਾ ਲੱਗਦਾ ਹੈ ਉਹ ਸਾਨੂੰ ਸੰਪੂਰਨ ਵਿਖਾਈ ਦੇਣ ਲੱਗ ਪੈਂਦਾ ਹੈ। ਪਿਆਰ ਵਿੱਚ ਅਸੀਂ ਇਵੇਂ ਵਿਚਰਦੇ ਹਾਂ ਜਿਵੇਂ ਪਿਆਰੇ ਨੇ ਸਾਡੇ 'ਤੇ ਕੋਈ ਜਾਦੂ ਟੂਣਾ ਕਰ ਦਿੱਤਾ ਹੋਵੇ। ਪਿਆਰ ਅਤੇ ਜਾਦੂ ਵਿੱਚ ਕਈ ਸਾਂਝਾਂ ਹਨ। ਸਾਡੇ ਉੱਤੇ ਜਾਦੂ ਹੋਣ ਕਾਰਨ ਆਪਣੇ ਪਿਆਰੇ ਨੂੰ ਅਸੀਂ ਦਿਲ ਦੀਆਂ ਅੱਖਾਂ ਨਾਲ ਵੇਖਦੇ ਹਾਂ ਅਤੇ ਆਪਣੇ ਗਗਨ ਦਾ ਚੰਨ ਲਾ ਕੇ ਉਸ ਨੂੰ ਦੇ ਦਿੰਦੇ ਹਾਂ। ਇਵੇਂ ਉਸ ਨੂੰ ਚੰਨ ਵਰਗਾ ਅਤੇ ਚੰਨ ਉਸ ਵਰਗਾ ਦਿਖਾਈ ਦੇਣ ਲੱਗ ਪੈਂਦਾ ਹੈ। ਦਿਲ ਕਰਦਾ ਹੈ ਕਿ ਉਸ ਦੀਆਂ ਗੱਲਾਂ ਕਰਦੇ ਰਹੀਏ ਅਤੇ ਉਸ ਨਾਲ ਗੱਲਾਂ ਕਰਦੇ ਰਹੀਏ। ਚੰਗਿਆਂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਲੋਕ ਉਹਨਾਂ ਦੀਆਂ ਗੱਲਾਂ ਕਰਕੇ ਆਪਣੇ ਚੰਗੇ ਹੋਣ ਦਾ ਪ੍ਰਮਾਣ ਦਿੰਦੇ ਹਨ ਅਤੇ ਚੰਗੇ ਨੂੰ ਹੋਰ ਚੰਗਾ ਸਿੱਧ ਕਰਨ ਲਈ ਲੋਕ ਆਪਣੀ ਕਲਪਨਾ ਨਾਲ ਅਨੇਕਾਂ ਚੰਗੀਆਂ ਕਹਾਣੀਆਂ ਉਹਨਾਂ ਨਾਲ ਆਪ ਹੀ ਜੋੜ ਲੈਂਦੇ ਹਨ। ਅਸੀਂ ਦੂਜਿਆਂ ਦੀਆਂ ਚੰਗਿਆਈਆਂ ਨਾਲ ਆਪਣੇ ਚੰਗੇਪਣ ਨੂੰ ਮਾਪਦੇ ਹਾਂ, ਜਿਵੇਂ ਧੀ ਸਹੁਰੇ ਘਰ ਨਾਲ ਆਪਣੇ ਪੇਕੇ ਘਰ ਨੂੰ ਮਾਪਦੀ ਹੈ। ਜਿਵੇਂ ਅਸੀਂ ਬਚਪਨ ਨੂੰ ਜਵਾਨੀ ਨਾਲ ਅਤੇ ਜਵਾਨੀ ਨੂੰ ਬੁਢਾਪੇ ਨਾਲ ਮਾਪਦੇ ਹਾਂ। ਪੇਕੇ ਵਿਆਹ ਤੋਂ ਮਗਰੋਂ ਹੀ ਯਾਦ ਆਉਂਦੇ ਹਨ। ਭਰਾ ਨੂੰ ਭੈਣ ਦਾ ਚੰਗਾਪਣ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਸਹੁਰੇ ਜਾ ਚੁੱਕੀ ਹੁੰਦੀ ਹੈ। ਪਿਤਾ ਵਿਆਹੀ ਧੀ ਨੂੰ ਇਵੇਂ ਵੇਖਦਾ ਹੈ ਜਿਵੇਂ ਉਸ ਦੇ ਸਭ ਤੋਂ ਮਹਿੰਗੇ ਗਹਿਣੇ ਨੂੰ ਕਿਸੇ ਹੋਰ ਨੇ ਪਹਿਨਿਆ ਹੋਵੇ। ਵਿਆਹ ਉਪਰੰਤ ਰਿਸ਼ਤੇ ਸਤਿਕਾਰਯੋਗ ਹੋ ਜਾਂਦੇ ਹਨ ਅਤੇ ਰਿਸ਼ਤਿਆਂ ਵਿਚਲਾ ਨਿੱਘ ਰਿਸ਼ਤਿਆਂ ਨੂੰ ਗੂੜ੍ਹਾ ਕਰ ਦਿੰਦਾ ਹੈ। ਜਿਉਂ-ਜਿਉਂ ਕੋਈ ਰਿਸ਼ਤਾ ਗੂੜ੍ਹਾ ਹੁੰਦਾ ਜਾਂਦਾ ਹੈ ਤਿਉਂ-ਤਿਉਂ ਰਿਸ਼ਤੇ ਦੀਆਂ ਨਵੀਆਂ ਪਰਤਾਂ ਅਤੇ ਰੰਗ ਉਘੜਦੇ ਹਨ। ਜਿੱਥੇ ਪਿਆਰ ਅਤੇ ਪ੍ਰੇਰਨਾ ਹੁੰਦੀ ਹੈ, ਜਿੱਥੇ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ ਹੁੰਦੀ ਹੈ, ਉੱਥੇ ਗਲਤੀਆਂ ਨਹੀਂ ਹੁੰਦੀਆਂ ਅਤੇ ਜੇ ਹੋਣ ਵੀ ਤਾਂ ਖਿੜੇ ਮੱਥੇ ਮੁਆਫ ਕੀਤੀਆਂ ਜਾਂਦੀਆਂ ਹਨ। ਜਿੱਥੇ ਰਿਸ਼ਤਿਆਂ ਵਿੱਚ ਨਿੱਘ ਹੁੰਦਾ ਹੈ ਉੱਥੇ ਸਭ ਕੁਝ ਵੰਡਿਆ ਜਾਂਦਾ ਹੈ। ਵੰਡੀਆਂ ਹੋਈਆਂ ਜ਼ਿੰਮੇਵਾਰੀਆਂ, ਖੁਸ਼ੀਆਂ ਅਤੇ ਖੁਸ਼ਹਾਲੀਆਂ ਆਦਿ ਨਾਲ ਸਾਂਝੀਆਂ ਕਦਰਾਂ ਕੀਮਤਾਂ ਉਪਜਦੀਆਂ ਹਨ। ਚੰਗਿਆਂ ਵਿੱਚ ਪਿਆਰ, ਬਰਕਤ ਅਤੇ ਖਿਮਾ ਹੁੰਦੀ ਹੈ। ਜਿਹੜੇ ਖਿਮਾ ਕਰਨ ਦੀ ਖੁਸ਼ੀ ਨਹੀਂ ਮਾਣਦੇ ਉਹ ਆਪਣੀ ਸਥਿਤੀ ਦੀ ਕਠੋਰਤਾ ਅਤੇ ਕਰੂਪਤਾ ਨੂੰ ਉਦੋਂ ਸਮਝਦੇ ਹਨ ਜਦੋਂ ਉਹ ਮਾਫ ਕੀਤੇ ਜਾਣਾ ਚਾਹੁੰਣਗੇ ਪਰ ਮਾਫ ਨਹੀਂ ਕੀਤੇ ਜਾਣਗੇ। ਦੱਖਣੀ ਅਫਰੀਕਾ ਦਾ ਗਾਂਧੀ ਵਰਗਾ ਨੈਲਸਨ ਮੰਡੇਲਾ ਜਦੋਂ 28 ਸਾਲ ਦੀ ਕੈਦ ਉਪਰੰਤ ਬਾਹਰ ਆਇਆ ਤਾਂ ਉਸ ਦੇ ਸੰਗੀ ਸਾਥੀਆਂ ਨੇ ਜਦੋਂ ਕਿਹਾ ਅਸੀਂ ਬਦਲਾ ਲਵਾਂਗੇ ਤਾਂ ਮੰਡੇਲਾ ਨੇ ਕਿਹਾ ਨਹੀਂ, ਮੈਂ ਹੁਣ ਬਦਲੇ ਦੀ ਕੈਦ ਨਹੀਂ ਭੁਗਤਣਾ ਚਾਹੁੰਦਾ। ਮਾਫ ਕਰਨਾ ਚੰਗੇ, ਬਹਾਦਰ, ਲਾਇਕ ਅਤੇ ਸੁਤੰਤਰ ਵਿਅਕਤੀ ਦਾ ਗੁਣ ਹੁੰਦਾ ਹੈ, ਜਦੋਂ ਕਿ ਨਲਾਇਕ, ਭੈੜੇ ਅਤੇ ਡਰਪੋਕ ਵਿਅਕਤੀ ਨਿੰਦਾ, ਗੁੱਸਾ ਅਤੇ ਹਿੰਸਾ ਪ੍ਰਗਟਾਉਂਦੇ ਹਨ। ਕਿਸੇ ਨੂੰ ਚੰਗਾ ਕਹਿ ਕੇ ਅਸੀਂ ਉਸ ਵਿੱਚ ਵਿਸ਼ਵਾਸ ਅਤੇ ਭਰੋਸਾ ਪ੍ਰਗਟਾਉਂਦੇ ਹਾਂ ਅਤੇ ਅਜਿਹਾ ਵਿਅਕਤੀ ਚੰਗੀ ਕਾਰਗੁਜ਼ਾਰੀ ਨਾਲ ਆਪਣੇ ਚੰਗੇ ਹੋਣ ਦਾ ਸਬੂਤ ਦਿੰਦਾ ਹੈ। ਜਿਵੇਂ ਰੁੱਖਾਂ ਨਾਲ ਰਾਹ ਰੌਣਕ ਵਾਲੇ ਹੋ ਜਾਂਦੇ ਹਨ, ਉਵੇਂ ਹੀ ਚੰਗਿਆਂ ਨਾਲ ਰਲ ਕੇ ਕੀਤੇ ਕੰਮ ਸੌਖੇ ਹੋ ਜਾਂਦੇ ਹਨ। ਚੰਗਾ ਰਿਸ਼ਤਾ ਉਹ ਹੁੰਦਾ ਹੈ ਜਿਸ ਵਿੱਚ ਦੋਵੇਂ ਧਿਰਾਂ ਉੱਨਤ ਅਤੇ ਖੁਸ਼ਹਾਲ ਹੁੰਦੀਆਂ ਹਨ। ਚੰਗੀਆਂ ਆਦਤਾਂ ਵਾਲੇ ਲੋਕ ਸਹਿਜੇ ਹੀ ਸਭ ਕੁਝ ਠੀਕ ਕਰੀ ਜਾਂਦੇ ਹਨ। ਚੰਗਿਆਂ ਦੀ ਸਾਰੇ ਸੰਸਾਰ ਨਾਲ ਸਾਂਝ ਹੁੰਦੀ ਹੈ, ਜਦੋਂ ਕਿ ਭੈੜਿਆਂ ਦਾ ਘੇਰਾ ਤੰਗ ਹੁੰਦਾ ਹੈ ਅਤੇ ਘੇਰਾ ਤੰਗ ਹੋਣ ਕਰਕੇ ਹੀ ਉਹ ਭੈੜੇ ਹੁੰਦੇ ਹਨ। ਜਿਹੜੇ ਸਾਨੂੰ ਚੰਗੇ ਅਤੇ ਪਿਆਰੇ ਲੱਗਦੇ ਹਨ ਉਹਨਾਂ ਸਾਹਮਣੇ ਸਾਡੀ ਵੱਡੇ ਬਣਨ ਦੀ ਇੱਛਾ ਨਹੀਂ ਹੁੰਦੀ, ਚੰਗੇ ਬਣਨ ਦੀ ਹੀ ਰੀਝ ਹੁੰਦੀ ਹੈ। ਜਿਨ੍ਹਾਂ ਨੂੰ ਅਸੀਂ ਚੰਗੇ ਲੱਗਣਾ ਚਾਹੁੰਦੇ ਹਾਂ ਉਹਨਾਂ ਨੂੰ ਅਸੀਂ ਧਿਆਨ ਨਾਲ ਸੁਣਦੇ ਹਾਂ। ਠੀਕ ਹੋਣਾ ਚੰਗੀ ਗੱਲ ਹੈ, ਪਰ ਠੀਕ ਹੋਣ 'ਤੇ ਪ੍ਰਮਾਣ ਵਜੋਂ ਕੁਝ ਚੰਗਾ ਅਤੇ ਔਖਾ ਕਰਕੇ ਵੀ ਦਿਖਾਉਣਾ ਪਵੇਗਾ। ਵਿਸ਼ਵ ਸੁੰਦਰੀ ਚੁਣੇ ਜਾਣ ਉਪਰੰਤ ਭਾਰਤ ਦੀ ਸੁਸ਼ਮਿਤਾ ਸੇਨ ਨੇ 24 ਸਾਲ ਦੀ ਉਮਰ ਵਿੱਚ ਇੱਕ ਨਿਆਸਰੀ ਲੜਕੀ ਜਦੋਂ ਗੋਦ ਲੈ ਲਈ ਤਾਂ ਮਿੱਤਰਾਂ ਨੇ ਰੋਕਿਆ, ਰਿਸ਼ਤੇਦਾਰਾਂ ਨੇ ਕਿਹਾ ਤੂੰ ਪਾਗਲ ਹੋ ਗਈ ਹੈ, ਸਹੇਲੀਆਂ ਨੇ ਕਿਹਾ ਤੇਰਾ ਵਿਆਹ ਨਹੀਂ ਹੋਣਾ, ਕੌਣ ਕਰੇਗਾ ਤੇਰੇ ਨਾਲ ਵਿਆਹ। ਜੱਜ ਨੇ ਗੋਦ ਲੈਣ ਦੀ ਕਾਨੂੰਨੀ ਆਗਿਆ ਦੇਣ ਤੋਂ ਪਹਿਲਾਂ ਉਸ ਦੇ ਪਿਤਾ ਨੂੰ ਪੁੱਛਿਆ, ਤੁਹਾਨੂੰ ਆਪਣੀ ਧੀ ਦੇ ਇਸ ਫੈਸਲੇ ਦੀ ਕੋਈ ਚਿੰਤਾ ਨਹੀਂ? ਪਿਤਾ ਨੇ ਕਿਹਾ ਕਿ ਮੇਰੀ ਧੀ ਦੇ ਇਸ ਫੈਸਲੇ ਨਾਲ ਮੇਰੀ ਚਿੰਤਾ ਸਗੋਂ ਦੂਰ ਹੋ ਗਈ ਹੈ, ਕਿਉਂਕਿ ਇਸ ਹਾਲਤ ਵਿੱਚ ਹੁਣ ਚੰਗਾ ਬੰਦਾ ਹੀ ਮੇਰੀ ਧੀ ਨਾਲ ਵਿਆਹ ਕਰਨ ਬਾਰੇ ਸੋਚੇਗਾ, ਭੈੜੇ ਬੰਦੇ ਦੂਰ ਹੀ ਰਹਿਣਗੇ। ਇਵੇਂ ਹੀ ਸਿਕੰਦਰ ਦੇ ਪ੍ਰਸ਼ਨ ਦਾ ਚੰਗੀ ਬਹਾਦਰੀ ਨਾਲ ਉੱਤਰ ਦੇ ਕੇ ਪੋਰਸ ਨੇ ਸਿਕੰਦਰ ਨੂੰ ਇੱਕ ਬਾਦਸ਼ਾਹ ਵਾਂਗ ਵਿਹਾਰ ਕਰਨ ਦਾ ਅਵਸਰ ਦਿੱਤਾ ਸੀ।
ਮਹਾਰਾਜਾ ਰਣਜੀਤ ਸਿੰਘ ਮੁੰਚਾ ਸਿੰਘ ਰਾਗੀ ਦਾ ਕੀਰਤਨ ਸੁਣਿਆ ਕਰਦੇ ਸਨ, ਪਰ ਮੁੰਚਾ ਸਿੰਘ ਕੋਈ ਭੇਟਾ ਸਵੀਕਾਰ ਨਹੀਂ ਸੀ ਕਰਦਾ। ਮਹਾਰਾਜੇ ਨੂੰ ਪਤਾ ਲੱਗਿਆ ਕਿ ਉਸ ਦੇ ਘਰ ਰੋਟੀ ਪਕਾਉਣ ਲਈ ਤਵਾ ਤੱਕ ਵੀ ਨਹੀਂ ਸੀ। ਮਹਾਰਾਜਾ ਮੋਹਰਾਂ ਦੀਆਂ ਥੈਲੀਆਂ ਲੈ ਕੇ ਉਸ ਦੇ ਘਰ ਗਿਆ। ਮਹਾਰਾਜਾ ਆਪ ਆਵਾਜ਼ਾਂ ਮਾਰਦਾ ਰਿਹਾ, ਪਰ ਮੁੰਚਾ ਸਿੰਘ ਨੇ ਬੂਹਾ ਨਹੀਂ ਸੀ ਖੋਲ੍ਹਿਆ। ਸੰਨ 1932 ਦੀਆਂ ਓਲੰਪਿਕ ਦੌੜਾਂ ਵਿੱਚ 3000 ਮੀਟਰ ਦੀ ਦੌੜ ਵਿੱਚ ਪ੍ਰਬੰਧਕਾਂ ਨੇ ਗਲਤੀ ਨਾਲ ਸਟੇਡੀਅਮ ਦਾ ਇੱਕ ਗੇੜਾ ਵੱਧ ਦੌੜ ਲਗਵਾ ਦਿੱਤੀ। ਪਤਾ ਲੱਗਣ ਉੱਤੇ ਵੀ ਠੀਕ ਗੇੜਿਆਂ ਵਿੱਚ ਅਵਲ ਆਉਣ ਵਾਲੇ ਦੌੜਾਕ ਨੇ ਵਾਧੂ ਗੇੜੇ ਵਿੱਚੋਂ ਹੋਰਾਂ ਤੋਂ ਪਛੜ ਜਾਣ ਦੇ ਬਾਵਜੂਦ ਰੋਸ ਨਹੀਂ ਸੀ ਪ੍ਰਗਟਾਇਆ। ਚੰਗਿਆਂ ਕੋਲ ਚਰਿੱਤਰ ਦੀ ਸ਼ਕਤੀ ਹੁੰਦੀ ਹੈ, ਅਤੇ ਜਿਨ੍ਹਾਂ ਕੋਲ ਚਰਿੱਤਰ ਦੀ ਸ਼ਕਤੀ ਹੁੰਦੀ ਹੈ ਉਹ ਮਿਹਰਬਾਨੀਆਂ ਹੀ ਕਰਦੇ ਹਨ। ਜਿਹੜੇ ਮਨੁੱਖ ਚੰਗੀ ਤਰ੍ਹਾਂ ਜੀਵਨ ਜਿਉਂਦੇ ਹਨ ਉਹ ਕਦੇ ਨਹੀਂ ਪੁੱਛਦੇ ਜੀਵਨ ਕੀ ਹੈ, ਰੱਬ ਕਿੱਥੇ ਹੈ, ਜੀਵਨ ਦਾ ਉਦੇਸ਼ ਕੀ ਹੈ। ਜਿਨ੍ਹਾਂ ਕੋਲ ਤਲਵਾਰ ਨਹੀਂ ਹੁੰਦੀ ਉਹ ਵੀ ਸੰਸਾਰ ਨੂੰ ਜਿੱਤ ਲੈਂਦੇ ਹਨ। ਦਰਵੇਸ਼ਾਂ ਦਾ ਰਾਜ ਉਹਨਾਂ ਦੇ ਆਪਣੇ ਮਨ ਅਤੇ ਆਪਣੇ ਸਰੀਰ 'ਤੇ ਹੁੰਦਾ ਹੈ। ਸ਼ਾਇਰ ਆਪਣੇ ਗੁੱਸੇ ਅਤੇ ਵਿਰੋਧ ਨੂੰ ਤਹਿਜ਼ੀਬ ਦੇ ਦਾਇਰੇ ਵਿੱਚ ਰਹਿ ਕੇ ਪ੍ਰਗਟ ਕਰਦਾ ਹੈ, ਜਦੋਂ ਕਿ ਸਧਾਰਨ ਮਨੁੱਖ ਹਿੰਸਕ ਹੋ ਜਾਂਦਾ ਹੈ। ਦਰਵੇਸ਼ ਉਹ ਹੈ ਜਿਸ ਨੂੰ ਗੁੱਸਾ ਆਵੇ ਹੀ ਨਾ। ਕੋਈ ਦਰਵੇਸ਼ ਵੱਡੇ ਵੱਡੇ ਕੰਮ ਨਹੀਂ, ਚੰਗੇ ਚੰਗੇ ਕੰਮ ਕਰਦਾ ਹੈ, ਅਤੇ ਚੰਗੇ ਚੰਗੇ ਕੰਮ ਕਰਨ ਕਰਕੇ ਉਹ ਵੱਡਾ ਹੋ ਜਾਂਦਾ ਹੈ। ਇਵੇਂ ਉਹ ਸਾਡਾ ਆਦਰਸ਼ ਬਣ ਜਾਂਦਾ ਹੈ ਅਤੇ ਅਸੀਂ ਉਸ ਵਾਂਗ ਜਿਉਣਾ ਚਾਹੁੰਦੇ ਹਾਂ। ਜਿਹੋ ਜਿਹਾ ਜੀਵਨ ਅਸੀਂ ਆਪ ਜਿਉਣਾ ਚਾਹੁੰਦੇ ਹਾਂ, ਉਸ ਜੀਵਨ ਨੂੰ ਜਿਉਣ ਵਾਲਾ ਜਦੋਂ ਕੋਈ ਮਰਦਾ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ। ਅਸੀਂ ਸੋਗ ਮਨਾਉਂਦੇ ਹਾਂ। ਸੋਗ ਉਸ ਦਾ ਹੀ ਹੁੰਦਾ ਹੈ ਜੋ ਚੰਗਾ ਸੀ ਜਾਂ ਜਿਸ ਵਿੱਚ ਚੰਗੇ ਬਣਨ ਦੀਆਂ ਸੰਭਾਵਨਾਵਾਂ ਸਨ। ਵੱਡੀਆਂ ਮੁਸੀਬਤਾਂ ਨੇ ਸਾਨੂੰ ਪਰੇਸ਼ਾਨ ਕੀਤਾ ਹੁੰਦਾ ਹੈ, ਪਰ ਉਹਨਾਂ 'ਤੇ ਪਾਈਆਂ ਜਿੱਤਾਂ ਨੂੰ ਯਾਦ ਕਰਨਾ ਚੰਗਾ ਲੱਗਦਾ ਹੈ। ਜੱਦੋ ਜਹਿਦ ਕਰਨ ਵਾਲਿਆਂ ਦੇ ਕੰਮ ਕਾਰਨਾਮੇ ਅਖਵਾਉਂਦੇ ਹਨ। ਉਹਨਾਂ ਦੀਆਂ ਪ੍ਰਾਪਤੀਆਂ ਨੂੰ ਅਸੀਂ ਕਰਾਮਾਤਾਂ ਕਹਿੰਦੇ ਹਾਂ। ਪ੍ਰਸਿੱਧ ਰੂਸੀ ਲੇਖਕ ਗੋਰਕੀ ਬਚਪਨ ਵਿੱਚ ਹੀ ਯਤੀਮ ਹੋ ਗਿਆ ਸੀ। ਉਹ ਦੱਸਦਾ ਹੈ, ਮੇਰਾ ਕੋਈ ਘਰ ਨਹੀਂ ਸੀ ਜਿਸ ਨੂੰ ਲੋਕ ਮੇਰਾ ਘਰ ਕਹਿੰਦੇ ਸਨ। ਉਹ ਇੱਕ ਕੋਠਾ ਸੀ ਜਿਹੜਾ ਨਿਰਾਸ਼ਤਾ, ਮਾਯੂਸੀ ਅਤੇ ਧੂਏ ਨਾਲ ਭਰਿਆ ਪਿਆ ਸੀ। ਮੈਂ ਇਸ ਕੋਠੇ ਵਿੱਚ ਨਹੀਂ ਸੀ ਜਾਂਦਾ ਤੇ ਕੋਈ ਮੈਨੂੰ ਲੱਭਣ ਨਹੀਂ ਸੀ ਆਉਂਦਾ। ਰਸਤੇ ਵਿੱਚ ਮੈਨੂੰ ਕੋਈ ਚੋਰ ਵੀ ਨਹੀਂ ਸੀ ਮਿਲਿਆ। ਸ਼ਾਇਦ ਮੇਰੇ ਕੱਪੜੇ ਵੀ ਲਾਹੁਣ ਜੋਗੇ ਨਹੀਂ ਸਨ। ਕੋਈ ਕੁੱਤਾ ਵੀ ਨਹੀਂ ਸੀ ਭੌਂਕਦਾ। ਸ਼ਾਇਦ ਕੁੱਤੇ ਸੋਚਦੇ ਸਨ ਕਿ ਇਹ ਭੌਂਕਣ ਜੋਗਾ ਹੀ ਨਹੀਂ। ਮੇਰਾ ਰਾਹ ਬੜਾ ਸੁੰਨਾ ਸੀ, ਪਰ ਮੈਂ ਜਾਣਦਾ ਸਾਂ ਕਿ ਉੱਚੀਆਂ ਮੰਜ਼ਲਾਂ ਤੇ ਪਹੁੰਚਣ ਲਈ ਦਰਿਆ ਵਾਂਗ ਬੜੇ ਸੁੰਨੇ ਰਾਹਾਂ ਵਿੱਚੋਂ ਲੰਘਣਾ ਪੈਂਦਾ ਹੈ। ਮੈਂ ਸੁੰਨੇ ਰਾਹਾਂ, ਕਾਲੀਆਂ ਰਾਤਾਂ ਅਤੇ ਮਜਬੂਰੀਆਂ ਦੀ ਤਸਵੀਰ ਸਾਂ, ਪਰ ਮੈਂ ਪ੍ਰਤਿੱਗਿਆ ਕੀਤੀ ਹੋਈ ਸੀ ਕਿ ਮੈਂ ਸੰਸਾਰ ਲਈ ਜੱਦੋ-ਜਹਿਦ ਦੇ ਨਵੇਂ ਅਰਥ ਸਿਰਜਾਂਗਾ ਅਤੇ ਆਪਣੇ ਵਰਗਿਆਂ ਲਈ ਭਰਪੂਰ ਅਤੇ ਉਸਾਰੂ ਜੀਵਨ ਦਾ ਨਵਾਂ ਸੁਨੇਹਾ ਬਣਾਂਗਾ। ਪੁਰਾਣੇ ਵੇਲਿਆਂ ਵਿੱਚ ਬੱਚਿਆਂ ਦੇ ਨਾਂ ਸੋਚ ਸਮਝ ਕੇ ਰੱਖੇ ਜਾਂਦੇ ਸਨ ਅਤੇ ਲਗਭਗ ਸਾਰੇ ਨਾਂ ਪਰਮਾਤਮਾ ਦੇ ਹੁੰਦੇ ਸਨ, ਕਿਉਂਕਿ ਇਹ ਪਰਮਾਤਮਾ ਨੂੰ ਚੰਗੇ ਲੱਗਣ ਦੀ ਰੀਝ ਵਿੱਚੋਂ ਰੱਖੇ ਜਾਂਦੇ ਸਨ। ਉਦੋਂ ਚੰਗੇ ਹੋਣ ਦਾ ਪ੍ਰਮਾਣ ਪਰਮਾਤਮਾ ਦੇ ਰਾਹ 'ਤੇ ਚੱਲਣਾ ਸੀ। ਜਿਹੜਾ ਕੋਈ ਇਸ ਰਾਹ 'ਤੇ ਚੱਲ ਪੈਂਦਾ ਸੀ, ਉਸ ਦੇ ਜੀਵਨ ਦੇ ਪੈਮਾਨੇ ਬਦਲ ਜਾਂਦੇ ਸਨ। ਉਦੋਂ ਜੀਵਨ ਦਾ ਉਦੇਸ਼ ਆਪ ਸਾਦੇ ਰਹਿ ਕੇ ਦੂਜਿਆਂ ਨੂੰ ਭਰਪੂਰ ਕਰਨਾ ਹੁੰਦਾ ਸੀ। ਸੂਰਜ ਅਤੇ ਦੀਵੇ ਨੂੰ ਆਪਣੀ ਰੌਸ਼ਨੀ ਦਾ ਕੋਈ ਲਾਭ ਨਹੀਂ ਹੁੰਦਾ, ਲਾਭ ਦੂਜਿਆਂ ਨੂੰ ਹੀ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ 36 ਪ੍ਰਕਾਰ ਦੇ ਪਕਵਾਨ ਨਹੀਂ ਸਨ ਹੁੰਦੇ। ਮਾਮੀਆਂ ਮਾਸੀਆਂ ਸਰਦਾ ਪੁੱਜਦਾ ਪਕਾ ਕੇ ਬਾਕੀ ਦੀ ਘਾਟ ਆਪਣੇ ਪਿਆਰ, ਪ੍ਰਸੰਨਤਾ ਤੇ ਚਾਵਾਂ ਨਾਲ ਪੂਰੀਆਂ ਕਰਦੀਆਂ ਸਨ। ਕੋਈ ਭੂਆ, ਮਾਸੀ ਜਾਂ ਚਾਚੀ ਅਜਿਹੀ ਹੁੰਦੀ ਹੈ ਕਿ ਉਸ ਦੀਆਂ ਚੰਗਿਆਈਆਂ ਕਾਰਨ ਸਾਨੂੰ ਆਪਣੀ ਮਾਂ ਵੀ ਭੁੱਲ ਜਾਂਦੀ ਹੈ। ਮਨੁੱਖ ਦਾ ਘਰ ਜਾਂ ਦੇਸ਼ ਉਹ ਨਹੀਂ ਹੁੰਦਾ ਜਿੱਥੇ ਉਹ ਰਹਿੰਦਾ ਹੈ, ਸਗੋਂ ਉਹ ਹੁੰਦਾ ਹੈ ਜਿੱਥੇ ਉਹ ਪਿਆਰ ਕਰਦਾ ਹੈ ਅਤੇ ਉਸ ਨੂੰ ਪਿਆਰ ਕੀਤਾ ਜਾਂਦਾ ਹੈ। ਬਚਪਨ ਇਸ ਲਈ ਚੰਗਾ ਲੱਗਦਾ ਹੈ ਕਿਉਂਕਿ ਬਚਪਨ ਵਿੱਚ ਸਾਰੇ ਘਰ ਆਪਣੇ ਹੁੰਦੇ ਹਨ, ਪਰ ਵੱਡੇ ਹੋ ਕੇ ਅਸੀਂ ਵਿਤਕਰੇ ਕਰਨ ਅਤੇ ਵੰਡੀਆਂ ਪਾਉਣ ਲੱਗ ਪੈਂਦੇ ਹਾਂ। ਦੇਸ਼ ਜਾਂ ਕੌਮ ਜਾਂ ਪਰਿਵਾਰ ਕਿਉਂ ਵੰਡੇ ਜਾਂਦੇ ਹਨ? ਜਿੱਦ ਕਾਰਨ, ਸਹਿਣਸ਼ੀਲਤਾ ਦੀ ਘਾਟ ਕਾਰਨ, ਕੁਰਬਾਨੀ ਦੀ ਕੰਜੂਸੀ ਕਾਰਨ, ਤਿਆਗ ਦੀ ਗਰੀਬੀ ਕਾਰਨ। ਜਦੋਂ ਤਾਕਤ ਖਿੰਡ ਜਾਂਦੀ ਹੈ ਤਾਂ ਚੰਗੇ ਵਿਹਾਰ ਦੀਆਂ ਸੰਭਾਵਨਾਵਾਂ ਵੀ ਮੁੱਕ ਜਾਂਦੀਆਂ ਹਨ ਅਤੇ ਅਜਿਹੀ ਹਾਲਤ ਵਿੱਚ ਗਦਾਰ, ਆਕ੍ਰਿਤਕਣ ਅਤੇ ਮੁਜਰਮ ਹੀ ਉਪਜਦੇ ਹਨ। ਚੰਗੇ ਬੰਦਿਆਂ ਤੋਂ ਬਿਨਾਂ ਖੁਸ਼ਹਾਲੀ ਦਾ ਸੁਪਨਾ ਲੈਣਾ ਸੰਭਵ ਨਹੀਂ ਹੁੰਦਾ। ਹਰੇਕ ਦੀ ਜ਼ਿੰਦਗੀ ਵਿੱਚ ਚੰਗੇ ਅਤੇ ਭੈੜੇ ਦੋਵੇਂ ਪ੍ਰਕਾਰ ਦੇ ਅਨੇਕਾਂ ਵਿਅਕਤੀ ਆਉਂਦੇ ਹਨ। ਅਜੋਕੇ ਮਨੁੱਖ ਦਾ ਸੁਭਾਅ ਹੈ ਕਿ ਉਹ ਚੰਗਿਆਂ ਵੱਲ ਘੱਟ ਤੇ ਭੈੜਿਆਂ ਵੱਲ ਵੱਧ ਧਿਆਨ ਦਿੰਦਾ ਹੈ। ਅਸੀਂ ਕਿਸੇ ਦੀਆਂ ਕਈ ਚੰਗੀਆਂ ਗੱਲਾਂ ਭੁਲਾ ਕੇ ਉਸ ਦੀ ਕੋਈ ਇੱਕ ਭੈੜੀ ਗੱਲ ਨੂੰ ਘੁੱਟ ਕੇ ਪਕੜ ਲੈਂਦੇ ਹਾਂ। ਮਹਾਤਮਾ ਬੁੱਧ ਨਾਲ ਇੱਕ ਸੰਬੰਧਿਤ ਕਥਾ ਹੈ। ਇੱਕ ਵਾਰੀ ਸਤਸੰਗ ਵਿੱਚ ਬੁੱਧ ਦਾ ਇੱਕ ਸ਼ਰਧਾਲੂ ਗਾਲਾਂ ਕੱਢ ਕੇ ਦੌੜਿਆ। ਕੁਝ ਅਰਸੇ ਮਗਰੋਂ ਜਦੋਂ ਉਹੀ ਮੁੜ ਆਇਆ ਤਾਂ ਸਾਰਿਆਂ ਨੇ ਉਸ ਨੂੰ ਫੜ ਲਿਆ। ਬੁੱਧ ਨੇ ਕਿਹਾ, ਛੱਡ ਦਿਓ। ਛੱਡਣ ਉੱਤੇ ਸ਼ਰਧਾਲੂ ਨੇ ਪੁੱਛਿਆ, ਬੁੱਧ ਨੇ ਮੇਰੀਆਂ ਗਾਲਾਂ ਵਾਲੇ ਦਿਨ ਕੀ ਪ੍ਰਵਚਨ ਕੀਤੇ ਸੀ? ਕਿਸੇ ਨੂੰ ਯਾਦ ਨਹੀਂ ਸੀ, ਪਰ ਉਸ ਦੀਆਂ ਗਾਲਾਂ ਸਭ ਨੂੰ ਯਾਦ ਸਨ। ਉਸ ਨੇ ਕਿਹਾ, ਤੁਸੀਂ ਪ੍ਰਵਚਨ ਸੁਣਨ ਹੀ ਨਹੀਂ ਸੀ ਆਏ, ਤੁਸੀਂ ਗਾਲਾਂ ਸੁਣਨ ਹੀ ਆਏ ਸੀ। ਜੇ ਤੁਸੀਂ ਪ੍ਰਵਚਨ ਸੁਣਿਆ ਹੁੰਦਾ ਤਾਂ ਤੁਹਾਨੂੰ ਗਾਲਾਂ ਯਾਦ ਨਹੀਂ ਸੀ ਰਹਿਣੀਆਂ।
ਭੈੜੀਆਂ ਗੱਲਾਂ ਨੂੰ ਪਕੜਨ ਦੀ ਇਸ ਬਿਰਤੀ ਕਾਰਨ ਹੀ ਤਲਾਕ, ਵੈਰ ਵਿਰੋਧ, ਝਗੜੇ ਤੇ ਮੁਕੱਦਮੇ ਉਪਜਦੇ ਹਨ ਅਤੇ ਸਾਡੀ ਚੰਗੇ ਬਣਨ ਦੀ ਸਾਰੀ ਸ਼ਕਤੀ ਅਜਾਈਂ ਚਲੀ ਜਾਂਦੀ ਹੈ। ਇਸ ਘੁੰਮਣ ਘੇਰੀ ਵਿੱਚੋਂ ਨਿਕਲਣਾ ਮੁਸ਼ਕਲ ਤਾਂ ਹੈ ਪਰ ਅਸੰਭਵ ਨਹੀਂ। ਚੰਗੇ ਬਣਨ ਲਈ ਪਹਿਲੀ ਲੋੜ ਇਹ ਮੰਨਣਾ ਹੈ ਕਿ ਮੈਂ ਚੰਗਾ ਨਹੀਂ ਹਾਂ ਪਰ ਮੈਂ ਚੰਗਾ ਬਣਨਾ ਹੈ ਅਤੇ ਅੱਜ ਤੋਂ ਮੈਂ ਦੂਜਿਆਂ ਨਾਲ ਚੰਗੇ ਵਿਹਾਰ ਨਾਲ ਵਰਤਣਾ ਹੈ। ਸਮਾਜ ਨੂੰ ਅਣਗਿਣਤ ਚੰਗੇ ਬੰਦਿਆਂ ਦੀ ਲੋੜ ਹੈ ਤੇ ਉਹਨਾਂ ਵਿੱਚੋਂ ਮੈਂ ਇੱਕ ਹੋਣਾ ਹੈ। ਮੈਂ ਆਪਣੇ ਸਮਾਜ ਅਤੇ ਆਪਣੀ ਕੌਮ ਨੂੰ ਟੋਇਆਂ ਵਿੱਚੋਂ ਕੱਢ ਕੇ ਪਹਾੜਾਂ ਦੇ ਰਾਹ ਪਾਉਣਾ ਹੈ। ਅੱਜ ਤੋਂ ਚੰਗਾ ਵਿਹਾਰ, ਚੰਗੀ ਬੋਲਬਾਣੀ ਅਤੇ ਤੰਦਰੁਸਤੀ ਮੇਰੀ ਸੁੰਦਰਤਾ ਹੋਵੇਗੀ। ਨਾ ਨਿੰਦਾ ਕਰਨੀ ਹੈ, ਨਾ ਸੁਣਨੀ ਹੈ। ਮੈਂ ਸਿਆਣਾ ਹੀ ਨਹੀਂ ਹੋਣਾ, ਦੂਜਿਆਂ ਦੀ ਸਿਆਣਪ ਦੀ ਪ੍ਰਸ਼ੰਸਾ ਵੀ ਕਰਨੀ ਹੈ। ਠੰਡੇ ਦਿਮਾਗ ਨਾਲ ਸੋਚਣਾ ਹੈ ਅਤੇ ਨਿੱਘੇ ਦਿਲ ਨਾਲ ਵਰਤਣਾ ਹੈ। ਹੌਸਲਾ, ਚਰਿੱਤਰ, ਇਮਾਨਦਾਰੀ, ਸਹਿਰਦਤਾ, ਹਮਦਰਦੀ, ਨਿਆਂ ਅਤੇ ਸਫਾਈ ਠੰਡੇ ਦਿਮਾਗ ਅਤੇ ਨਿੱਘੇ ਦਿਲ ਵਾਲੇ ਵਿਅਕਤੀ ਦੇ ਗੁਣ ਹੁੰਦੇ ਹਨ। ਚੰਗੇ ਕੰਮਾਂ ਨਾਲ ਸਿਹਤ ਚੰਗੀ ਰਹਿੰਦੀ ਹੈ, ਚਰਿੱਤਰ ਉਸਰਦਾ ਹੈ ਅਤੇ ਸਤਿਕਾਰ ਵੱਧਦਾ ਹੈ। ਸੰਸਾਰ ਵਿੱਚ ਚੰਗੇ ਵਿਅਕਤੀਆਂ ਦੀ ਸਦਾ ਘਾਟ ਰਹੀ ਹੈ। ਨਿਰਸੰਦੇਹ ਅਸੀਂ ਵਕਤ ਨੂੰ ਪੈਦਾ ਨਹੀਂ ਕਰ ਸਕਦੇ ਪਰ ਚੰਗੇ ਕੰਮਾਂ ਨਾਲ ਆਪਣੇ ਵਕਤ ਨੂੰ ਮੁੱਲਵਾਨ ਜ਼ਰੂਰ ਬਣਾ ਸਕਦੇ ਹਾਂ। ਮਿਹਨਤ ਚੰਗੇ ਵਿਅਕਤੀ ਦੀ ਪਛਾਣ ਹੁੰਦੀ ਹੈ। ਮਿਹਨਤ ਨਾਲ ਮਨ ਸਾਫ਼, ਸਰੀਰ ਅਰੋਗ, ਦਿਲ ਮਜ਼ਬੂਤ, ਪਹੁੰਚ ਉਸਾਰੂ, ਸੋਚ ਤਕੜੀ ਅਤੇ ਬਿਰਤੀ ਪਰਉਪਕਾਰੀ ਹੋ ਜਾਂਦੀ ਹੈ। ਜੇ ਲੋਕ ਤੁਹਾਡੇ ਤੇ ਇਤਬਾਰ ਕਰਦੇ ਹਨ, ਜੇ ਤੁਹਾਡੀ ਗੱਲ ਧਿਆਨ ਨਾਲ ਸੁਣੀ ਜਾਂਦੀ ਹੈ ਅਤੇ ਤੁਸੀਂ ਜੇ ਕੋਈ ਵਿਚਾਰ ਦਿੰਦੇ ਹੋ ਤੇ ਉਹ ਮੰਨਿਆ ਜਾਂਦਾ ਹੈ ਤਾਂ ਨਿਰਸੰਦੇਹ ਤੁਸੀਂ ਚੰਗੇ ਅਤੇ ਚਰਿੱਤਰਵਾਨ ਬਣ ਚੁੱਕੇ ਹੋ। ਸਮਝ ਲਵੋ ਕਿ ਤੁਹਾਡੇ ਕੋਲ ਸਭ ਥਾਵਾਂ ਤੇ ਜਾਣ ਦਾ ਵੀਜ਼ਾ ਹੈ। ਜੇ ਸਮਾਜ ਵਿੱਚ ਚੰਗੇ ਵਿਅਕਤੀ ਪੈਦਾ ਹੋ ਜਾਣ ਤਾਂ ਬਾਕੀ ਸਭ ਕੁਝ ਆਪੇ ਹੋਈ ਜਾਂਦਾ ਹੈ। ਚੰਗਾ ਵਿਅਕਤੀ ਵਿਛੜਨ ਉਪਰੰਤ ਹੋਰ ਵੀ ਚੰਗਾ ਲੱਗਦਾ ਹੈ। ਚੰਗੀਆਂ ਗੱਲਾਂ ਕਰੋਗੇ, ਚੰਗੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ। ਵੱਖ-ਵੱਖ ਥਾਵਾਂ ਚੰਗੇ ਲੋਕਾਂ ਦੀ ਹਾਜ਼ਰੀ ਜਾਂ ਗੈਰ ਹਾਜ਼ਰੀ ਕਾਰਨ ਚੰਗੀਆਂ, ਸੋਹਣੀਆਂ ਜਾਂ ਭੈੜੀਆਂ ਕੁੱਝੀਆਂ ਲੱਗਦੀਆਂ ਹਨ। ਮੇਰੇ ਇੱਕ ਅਧਿਆਪਕ ਸਨ। ਉਹ ਇਤਨੇ ਚੰਗੇ ਸਨ ਕਿ ਉਹਨਾਂ ਵਿੱਚ ਆਪਣੇ ਵਿਦਿਆਰਥੀਆਂ ਦੀਆਂ ਗਲਤੀਆਂ ਦੀ ਵੀ ਪ੍ਰਸ਼ੰਸਾ ਕਰਨ ਦੀ ਉਦਾਰਤਾ ਸੀ। ਇੱਕ ਵਾਰੀ ਇੱਕ ਵਿਦਿਆਰਥੀ ਅੜ ਗਿਆ ਕਿ ਉਹ ਦੂਜੀ ਸੈਕਸ਼ਨ ਵਿੱਚ ਬੈਠੇਗਾ। ਉਸ ਕਿਰਪਾਲੂ ਅਧਿਆਪਕ ਨੇ ਕਿਹਾ, ਮੈਂ ਤੇਰੀ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਹਾਂ ਕਿਉਂਕਿ ਤੇਰੇ ਵਿੱਚ ਆਪਣੀ ਮੰਗ ਅਤੇ ਪਸੰਦ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਦਲੇਰੀ ਹੈ। ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਜਿਹੜੇ ਵਿਦਿਆਰਥੀ ਸਕੂਲੋਂ ਕਾਲਜੋਂ ਦੌੜ ਜਾਂਦੇ ਹਨ ਉਹ ਵਾਸਤਵ ਵਿੱਚ ਗਵਾਚ ਗਏ ਚੰਗੇ ਅਧਿਆਪਕਾਂ ਨੂੰ ਲੱਭਣ ਲਈ ਜਾਂਦੇ ਹਨ। ਚੰਗੇ ਵਿਅਕਤੀਆਂ ਨੂੰ ਮਹਿੰਗੀਆਂ ਨਹੀਂ, ਚੰਗੀਆਂ, ਸਾਦੀਆਂ ਅਤੇ ਗੁਣਕਾਰੀ ਵਸਤਾਂ ਦੀ ਤਾਂਘ ਹੁੰਦੀ ਹੈ। ਚੰਗੇ ਵਿਅਕਤੀਆਂ ਦੇ ਸ਼ੌਂਕ ਸਾਦੇ ਪਰ ਪ੍ਰਸੰਨਤਾ ਉਪਜਾਉਣ ਵਾਲੇ ਹੁੰਦੇ ਹਨ। ਗੀਤ, ਸੰਗੀਤ, ਚਿੱਤਰਕਲਾ ਆਦਿ ਵਿੱਚ ਸਾਂਝ ਇਹ ਹੈ ਕਿ ਇਹ ਸਾਧਨਾ, ਤਪੱਸਿਆ, ਰਿਆਜ਼ ਅਤੇ ਅਭਿਆਸ ਦੇ ਖੇਤਰ ਹਨ। ਕਲਾ ਸਾਨੂੰ ਖੋਟ ਤੋਂ ਮੁਕਤ ਕਰਦੀ ਹੈ। ਇਹ ਸਾਨੂੰ ਜੀਵ ਤੋਂ ਮਨੁੱਖ, ਮਨੁੱਖ ਤੋਂ ਇਨਸਾਨ ਬਣਾਉਂਦੀ ਹੈ। ਕਲਾ ਕੋਈ ਹੋਵੇ, ਉਦੇਸ਼ ਆਨੰਦ ਹੈ। ਆਨੰਦ ਤੋਂ ਵੀ ਅੱਗੇ ਪਰਮ ਆਨੰਦ ਦੀ ਅਵਸਥਾ ਹੈ। ਇਹੀ ਕਾਰਨ ਹੈ ਕਿ ਜਿਹੜੇ ਕਲਾ ਦੀ ਪੂਜਾ ਲਈ ਨਿਕਲੇ ਉਹ ਆਪ ਪੂਜਣਯੋਗ ਹੋ ਗਏ। ਬੋਧੀਆਂ ਵਿੱਚ ਸ਼ਿਸ਼ ਆਪਣੇ ਗੁਰੂ ਅੱਗੇ ਡੰਡੋਤ ਕਰਦਾ ਹੈ ਤਾਂ ਕਿ ਉਸ ਵਿੱਚੋਂ ਹਉਮੈ ਮੁੱਕ ਜਾਵੇ। ਇੱਕ ਸ਼ਿਸ਼ ਆਇਆ ਜਿਹੜਾ ਇਤਨਾ ਨਿਮਰ ਸੀ ਕਿ ਉਹ ਆਪਣੇ ਗੁਰੂ ਅੱਗੇ ਹੀ ਨਹੀਂ, ਜਿਹੜਾ ਵੀ ਅੱਗੋਂ ਮਿਲਿਆ ਉਸ ਅੱਗੇ ਡੰਡੋਤ ਕਰਨ ਲੱਗ ਪਿਆ। ਉਸ ਦੀ ਨਿਮਰਤਾ ਤੇ ਸ਼ਰਧਾ ਨੂੰ ਵੇਖ ਕੇ ਉਸ ਦਾ ਗੁਰੂ ਉਸ ਦਾ ਸ਼ਿਸ਼ ਬਣ ਗਿਆ। ਜਦੋਂ ਕੋਈ ਸ਼ਰਧਾਵਾਨ ਪ੍ਰਾਰਥਨਾ ਅਰਦਾਸ ਵਿੱਚ ਪਰਮਾਤਮਾ ਅੱਗੇ ਝੁਕਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਸ ਅੱਗੇ ਝੁਕਿਆ ਪਿਆ ਹੈ। ਪਰਮਾਤਮਾ ਸੰਤ ਅੱਗੇ ਝੁਕਦਾ ਹੈ, ਸੰਤ ਪਰਮਾਤਮਾ ਅੱਗੇ ਝੁਕਦਾ ਹੈ। ਅਸੀਂ ਚੰਗੇ ਜਾਂ ਮਾੜੇ ਦੂਜਿਆਂ ਦੇ ਸੰਪਰਕ ਵਿੱਚ ਆ ਕੇ ਬਣਦੇ ਹਾਂ। ਕੰਮ ਲੋਕਾਂ ਨੂੰ ਮਿਲਣ ਦਾ ਵਸੀਲਾ ਹੁੰਦਾ ਹੈ। ਦੂਜਿਆਂ ਦੇ ਚੰਗੇ ਕੰਮ ਨੂੰ ਵੇਖ ਕੇ ਅਸੀਂ ਆਪ ਮਿਹਨਤੀ ਹੋ ਜਾਂਦੇ ਹਾਂ। ਮਿਹਨਤ ਰਾਹੀਂ ਅਸੀਂ ਨਿਪੁੰਨ ਵਿਅਕਤੀਆਂ ਦੇ ਸਾਥ ਵਿੱਚ ਵਿਚਰਦੇ ਹਾਂ ਅਤੇ ਨਿਪੁੰਨ ਵਿਅਕਤੀ ਸਾਨੂੰ ਆਮ ਤੋਂ ਵਿਸ਼ੇਸ਼ ਬਣਾ ਦਿੰਦੇ ਹਨ ਅਤੇ ਸਾਡੀ ਸਮੁੱਚੀ ਪੱਧਰ ਨੂੰ ਉੱਚਾ ਚੁੱਕ ਦਿੰਦੇ ਹਨ। ਇਸ ਕਰਕੇ ਜਿਤਨੇ ਵੀ ਪ੍ਰਸਿੱਧ ਡਾਕਟਰ, ਸੰਗੀਤਕਾਰ, ਚਿੱਤਰਕਾਰ, ਵਿਦਵਾਨ ਆਦਿ ਹੋਏ ਹਨ ਉਹ ਆਪਣੇ ਉਸਤਾਦ ਦਾ ਨਾਮ ਹੀ ਸਤਿਕਾਰ ਨਾਲ ਝੋਕੇ ਲੈਂਦੇ ਹਨ। ਇਸਤਰੀ ਪੁਰਸ਼ ਦੇ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਬਿਨਾਂ ਉਹਨਾਂ ਦੀ ਸ਼ਖਸੀਅਤ ਦੇ ਗੁਣ ਨਹੀਂ ਉਗੜਦੇ। ਵੇਖਿਆ ਗਿਆ ਹੈ ਕਿ ਜਿਸ ਪਰਿਵਾਰ ਨੇ ਵੀ ਆਪਣੀ ਨੂੰਹ ਨੂੰ ਆਪਣੀ ਧੀ ਸਮਝਿਆ ਹੈ ਉਹ ਪਰਿਵਾਰ ਖੁਸ਼ਹਾਲ ਹੋਇਆ ਹੈ। ਚੰਗਿਆਈਆਂ ਦਾ ਪ੍ਰਭਾਵ ਸੁੰਦਰਤਾ ਦੇ ਪ੍ਰਭਾਵ ਨਾਲੋਂ ਵੀ ਸ਼ਕਤੀਸ਼ਾਲੀ ਹੁੰਦਾ ਹੈ। ਮੈਂ ਨਾਲ ਪਰਿਵਾਰ ਟੁੱਟਦੇ ਹਨ, ਅਸੀਂ ਨਾਲ ਸ਼ਕਤੀਸ਼ਾਲੀ ਹੁੰਦੇ ਹਨ। ਪੁਰਸ਼ ਇਸਤਰੀਆਂ ਤੇ ਦੋਸ਼ ਲਾਉਂਦੇ ਹਨ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੰਮ ਕਿਵੇਂ ਹੁੰਦੇ ਹਨ, ਪਰ ਸੱਚ ਇਹ ਹੈ ਕਿ ਕੰਮ ਉਵੇਂ ਹੋਣੇ ਚਾਹੀਦੇ ਹਨ ਜਿਵੇਂ ਇਸਤਰੀਆਂ ਆਪਣੀ ਨਿਰਛਲ ਅਤੇ ਭੋਲੀ ਸਿਆਣਪ ਨਾਲ ਆਸ ਕਰਦੀਆਂ ਹਨ। ਚੰਗੇ ਬਣਨ ਲਈ ਸਵੇਰੇ ਉੱਠਣਾ ਪਵੇਗਾ, ਅੱਗੇ ਹੋਣਾ ਪਵੇਗਾ। ਅੱਗੇ ਹੋਣ ਕਰਕੇ ਹੀ ਨਵੇਂ ਵਿਚਾਰ ਮਿਲਣਗੇ, ਅੱਗੇ ਹੋਣ ਕਰਕੇ ਸੋਚਣਾ ਪਵੇਗਾ, ਸੋਚਾਂ ਹੀ ਅੱਗੇ ਲੈ ਕੇ ਜਾਣਗੀਆਂ। ਮੁੱਢ ਵਿੱਚ ਕੋਈ ਵੀ ਯਤਨ ਸਫਲ ਨਹੀਂ ਹੁੰਦਾ, ਪਰ ਜਿਹੜਾ ਹਾਰ ਨਹੀਂ ਮੰਨਦਾ, 7 ਵਾਰੀ ਡਿੱਗਦਾ ਹੈ ਤੇ 8 ਵਾਰੀ ਉੱਠਦਾ ਹੈ, ਉਸ ਨੂੰ ਸਫਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਹਰ ਖੇਤਰ ਦੇ ਚੰਗੇਪਣ ਦੀ ਕਿਸਮ ਵੱਖਰੀ ਹੁੰਦੀ ਹੈ। ਇਸੇ ਕਰਕੇ ਕਹਿੰਦੇ ਹਨ ਕਿ ਹਰ ਥਾਂ ਇੱਕੋ ਨਿਯਮ ਲਾਗੂ ਨਹੀਂ ਹੁੰਦਾ।
ਦੌੜ ਵਿੱਚ ਫੁਰਤੀਲੇਪਣ ਦਾ ਨੇਮ ਲਾਗੂ ਹੁੰਦਾ ਹੈ, ਯੁੱਧ ਵਿੱਚ ਬਹਾਦਰੀ ਦਾ, ਪੜ੍ਹਾਈ ਵਿੱਚ ਧਿਆਨ ਦਾ, ਅਧਿਆਪਨ ਵਿੱਚ ਨਿਪੁੰਨਤਾ ਦਾ, ਪਿਆਰ ਵਿੱਚ ਕੁਰਬਾਨੀ ਦਾ, ਵਪਾਰ ਵਿੱਚ ਮਿਹਨਤ ਦਾ, ਕਵਿਤਾ ਵਿੱਚ ਸੰਖੇਪਤਾ ਦਾ, ਦਰਵੇਸ਼ ਵਿੱਚ ਗਿਆਨ ਦਾ, ਸੰਤ ਵਿੱਚ ਸਹਿਣਸ਼ੀਲਤਾ ਦਾ ਨੇਮ ਲਾਗੂ ਹੁੰਦਾ ਹੈ। ਨੇਮਾਂ ਤੋਂ ਬਿਨਾਂ ਕੋਈ ਖੇਡ ਨਹੀਂ ਖੇਡੀ ਜਾ ਸਕਦੀ ਅਤੇ ਹਰ ਖੇਡ ਦੇ ਆਪਣੇ ਨੇਮ ਅਤੇ ਗੁਣ ਹੁੰਦੇ ਹਨ। ਪਰਿਵਾਰਕ ਵਿਅਕਤੀ ਦੇ ਗੁਣ ਸੰਤ ਦੇ ਔਗਣ ਬਣ ਜਾਂਦੇ ਹਨ। ਆਪਣੇ ਖੇਤਰ ਦੇ ਗੁਣਾਂ ਤੋਂ ਬਿਨਾਂ ਪ੍ਰਾਪਤੀਆਂ ਪ੍ਰਸ਼ੰਸਾ ਨਹੀਂ ਉਪਜਾਉਂਦੀਆਂ। ਕਈ ਕੰਮ ਇਸ ਲਈ ਭੈੜੇ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਚੰਗੇ ਬੰਦਿਆਂ ਨੇ ਨਹੀਂ ਕੀਤਾ ਹੁੰਦਾ। ਜੇ ਅੰਦਰ ਚੰਗਿਆਈ ਹੈ ਤਾਂ ਉਸਨੇ ਬਾਹਰ ਆਉਣਾ ਹੀ ਆਉਣਾ ਹੈ। ਇਹ ਨੇਮ ਬੁਰਾਈ ਉੱਤੇ ਵੀ ਲਾਗੂ ਹੁੰਦਾ ਹੈ। ਕਿਤਨੀ ਅਜੀਬ ਗੱਲ ਹੈ ਕਿ ਅਸੀਂ ਦੂਜਿਆਂ ਦੀ ਨਿੰਦਾ ਕਰਕੇ ਆਸ ਕਰਦੇ ਹਾਂ ਕਿ ਹੁਣ ਉਹ ਸਾਡੀ ਪ੍ਰਸ਼ੰਸਾ ਕਰਨਗੇ। ਜੇ ਤੁਹਾਡੇ ਕਿਸੇ ਸਮਾਗਮ ਜਾਂ ਦੁੱਖ ਸੁੱਖ ਵਿੱਚ ਤੁਹਾਡੇ ਗੁਆਂਢੀ ਸ਼ਾਮਲ ਨਹੀਂ ਹੁੰਦੇ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਗੁਆਂਢੀ ਭੈੜੇ ਹਨ, ਸਗੋਂ ਸੱਚ ਇਹ ਹੈ ਕਿ ਤੁਸੀਂ ਚੰਗੇ ਨਹੀਂ। ਵੇਖਿਆ ਗਿਆ ਹੈ ਕਿ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਉਹਨਾਂ ਨੂੰ ਅਸੀਂ ਕਦੇ ਵੀ ਚੰਗਾ ਨਹੀਂ ਕਹਿੰਦੇ ਅਤੇ ਉਹਨਾਂ ਨੂੰ ਚੰਗੇ ਲੱਗਣ ਦਾ ਅਸੀਂ ਯਤਨ ਵੀ ਨਹੀਂ ਕਰਦੇ। ਅਸੀਂ ਚੰਗਿਆਂ ਨੂੰ ਹੀ ਚੰਗੇ ਲੱਗਣਾ ਚਾਹੁੰਦੇ ਹਾਂ, ਪਰ ਜਦੋਂ ਅਸੀਂ ਆਪ ਚੰਗੇ ਹੋ ਜਾਂਦੇ ਹਾਂ ਤਾਂ ਸਾਨੂੰ ਹਰ ਕੋਈ ਚੰਗਾ ਲੱਗਣ ਲੱਗ ਪੈਂਦਾ ਹੈ। ਜਦੋਂ ਕੋਈ ਚੰਗਾ ਅਤੇ ਪਿਆਰਾ ਵਿਅਕਤੀ ਕਮਰੇ ਅੰਦਰ ਬੈਠਾ ਹੁੰਦਾ ਹੈ ਤਾਂ ਉਸ ਦੀ ਹਾਜ਼ਰੀ ਨਾਲ ਪਰਦਿਆਂ ਉਤਲੇ ਫੁੱਲ ਵੀ ਖੁਸ਼ਬੂ ਦੇਣ ਲੱਗ ਪੈਂਦੇ ਹਨ। ਔਖੇ ਕੰਮ ਸਾਨੂੰ ਚੰਗੇ ਹੀ ਨਹੀਂ ਮਹੱਤਵਪੂਰਨ ਵੀ ਬਣਾ ਦਿੰਦੇ ਹਨ। ਚੰਗੇ ਵਿਚਾਰ ਸਾਡੀਆਂ ਸਮੱਸਿਆਵਾਂ ਦੇ ਹੱਲ ਹੋ ਨਿਬੜਦੇ ਹਨ। ਨਵੀਆਂ ਥਾਵਾਂ ਤੇ ਜਾ ਕੇ ਚੰਗੇ ਸਾਬਤ ਹੋਣਾ ਆਸਾਨ ਨਹੀਂ, ਪਰ ਚੰਗੇ ਸਾਬਤ ਹੋਣ ਵਾਸਤੇ ਅਜਨਬੀਆਂ ਵਿੱਚ ਵਿਚਰਨਾ ਪਵੇਗਾ। ਵਿਕਾਸ ਲਈ ਪਿੰਡ ਕਸਬੇ ਤੋਂ ਬਾਹਰ ਜਾਣਾ ਪਵੇਗਾ। ਪਿੰਡ ਵਿੱਚ ਰਹਿਣ ਵਾਲਾ ਪਹਿਲਵਾਨ ਵਿਸ਼ਵ ਚੈਂਪੀਅਨ ਨਹੀਂ ਬਣ ਸਕਦਾ। ਆਪਣੀ ਪਹਿਲਵਾਨੀ ਦੇ ਕਮਾਲ ਦੱਸਣ ਲਈ ਉਸ ਨੂੰ ਵੱਡੇ ਘੇਰਿਆਂ ਵਿੱਚ ਵਿਚਰਨਾ ਪਵੇਗਾ, ਕਿਉਂਕਿ ਅਸੀਂ ਆਪਣੇ ਜਾਣੂਆਂ ਵਿੱਚ ਰਹਿੰਦਿਆਂ ਕੁਝ ਬਣਨ ਦਾ, ਕੁਝ ਕਰ ਵਿਖਾਉਣ ਦਾ ਯਤਨ ਹੀ ਨਹੀਂ ਕਰਦੇ। ਲੋੜ ਕਦਰਦਾਨਾਂ ਤੋਂ ਕਦਰ ਪਾਉਣ ਦੀ ਹੈ। ਚੰਗੇ ਬਣਨ ਦਾ ਰਾਹ ਸੌਖਾ ਨਹੀਂ ਹੈ, ਪਰ ਜੇ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ ਹੋਵੇ ਅਤੇ ਜੇ ਅਸੀਂ ਚੰਗੇ ਬਣਨ ਲਈ ਜਾਗ ਪਈਏ ਅਤੇ ਚੰਗੇ ਬਣਨ ਦਾ ਉਪਰਾਲਾ ਕਰੀਏ ਤਾਂ ਕੋਈ ਵੀ ਰਾਹ ਔਖਾ ਨਹੀਂ ਹੈ। ਸੋ ਦੋਸਤੋ, ਇਸ ਦੇ ਨਾਲ ਇਹ ਲੇਖ ਖਤਮ ਹੁੰਦਾ ਹੈ। ਇਸ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।